ਸ਼ਾਂਤੀ। ਅੱਜ ਹੈ 5/7/2022 ਦੇ ਸਾਕਾਰ ਬਾਪ ਦਾਦਾ ਜੀ ਦੇ ਮਹਾਵਾਕ। ਅੱਜ ਬਾਪ ਦਾਦਾ ਜੀ ਨੇ ਆਖਿਆ, ਮਿੱਠੇ ਬੱਚੇ ਅੰਮ੍ਰਿਤ ਵੇਲੇ ਉੱਠ ਕੇ ਬਾਪ ਦੀ ਯਾਦ ਦਾ ਘਿਓ ਰੋਜ਼ ਪਾਓ ਤਾਂ ਆਤਮਾ ਰੂਪੀ ਜੋਤੀ ਸਦਾ ਜੱਗੀ ਰਵੇਗੀ। ਪ੍ਰਸ਼ਨ ਹੈਗਾ, ਕਿਹੜਾ ਇੱਕ ਕਰਤੱਵ ਬੱਚਿਆਂ ਦਾ ਹੈ, ਬਾਪ ਜੀ ਦਾ ਨਹੀਂ? ਉੱਤਰ ਹੈਗਾ, ਬੱਚੇ ਆਖਦੇ ਸਨ, ਬਾਬਾ ਫਲਾਣੇ ਸੰਬੰਧੀ ਦੀ ਬੁੱਧੀ ਦਾ ਤਾਲਾ ਖੋਲ੍ਹੋ। ਬਾਬਾ ਆਖਦੇ ਸਨ, ਇਹ ਧੰਦਾ ਮੇਰਾ ਨਹੀਂ ਏ, ਇਹ ਤਾਂ ਤੁਹਾਨੂੰ ਬੱਚਿਆਂ ਨੂੰ ਕੰਮ ਕਰਨਾ ਏ। ਤੁਹਾਡੀ ਬੁੱਧੀ ਦਾ ਤਾਲਾ ਖੁੱਲ੍ਹਿਆ ਏ ਤਾਂ ਤੁਹਾਡਾ ਕਰਤੱਵ ਹੈ ਕਿ ਤੁਸੀਂ ਦੂਜਿਆਂ ਦੀ ਬੁੱਧੀ ਦਾ ਤਾਲਾ ਖੋਲ੍ਹੋ, ਨਾਲ ਉਹਨੂੰ ਸਵਰਗ ਵਿੱਚ ਚੱਲਣ ਦੇ ਲਾਇਕ ਬਣਾਓ, ਤਾਂ ਕਿ ਤੁਹਾਨੂੰ ਮੁਕਤੀ ਅਤੇ ਜੀਵਨ ਮੁਕਤੀ ਦੀ ਰਾਹ ਮਿਲ ਸਕੇ। ਗੀਤ ਹੈਗਾ ਅੱਜ ਦਾ, ਜਗ ਸਜਣੀਆਂ ਜਗ। ਓਮ ਸ਼ਾਂਤੀ। ਤੁਸੀਂ ਜੱਗੇ ਹੋਏ ਹੋ। ਬੱਚੇ ਬੈਠੇ ਸਨ, ਫਿਰ ਹੋਰਾਂ ਨੂੰ ਵੀ ਜਗਾਉਣਾ ਏ। ਅਗਿਆਨ ਨੀਂਦ ਤੋਂ ਜਗਾਉਣ ਵਾਸਤੇ ਆਏ ਹੋ। ਤੁਸੀਂ ਜਾਗੇ ਹੋ, ਸੋ ਵੀ ਨੰਬਰਵਾਰ, ਕਿਉਂਕਿ ਘੜੀ ਘੜੀ ਤੁਸੀਂ ਭੁੱਲ ਜਾਂਦੇ ਹੋ। ਜਗਾਉਣ ਵਾਲੇ ਆਖਦੇ ਸਨ, ਸੱਜਣੀਆਂ ਭੁੱਲ ਨਾ ਜਾਣਾ, ਇਹ ਯਾਦ ਦਾ ਘਿਓ ਏ। ਮਨੁੱਖ ਮਰਦੇ ਨੇ ਤੇ ਉਹਨਾਂ ਦੇ ਕੋਲ ਦੀਵੇ ਵਿੱਚ ਘਿਓ ਪਾ ਕੇ ਫਿਰ ਜਲਾਉਂਦੇ ਸਨ। ਬਾਪ ਆਖਦੇ ਸਨ, ਬੱਚੇ ਯਾਦ ਵਿੱਚ ਰਹਿਣ ਦਾ ਘਿਓ ਪਾਉਂਦੇ ਰਹੋ। ਇਹ ਯਾਦ ਕਰਨ ਦੇ ਲਈ ਘੀ ਪਾਉਣ ਦੀ ਜ਼ਰੂਰਤ ਨਹੀਂ ਹੈਗੀ। ਯਾਦ ਨੂੰ ਹੀ ਘੀ ਆਖਦੇ ਸਨ। ਸਵੇਰੇ ਸਵੇਰੇ ਉੱਠ ਕੇ ਆਪਣੀ ਆਤਮਾ ਰੂਪੀ ਦੀਪਕ ਵਿੱਚ ਗਿਆਨ ਅਤੇ ਯੋਗ ਦਾ ਘੀ ਪਾਉਂਦੇ ਰਹੋ ਤਾਂ ਤੁਹਾਡੀ ਆਤਮਾ ਦਾ ਦੀਪਕ ਸਦਾ ਜਗਿਆ ਰਹੇਗਾ। ਤੁਹਾਡਾ ਦੀਵਾ ਕਦੇ ਪੁੱਜ ਨਹੀਂ ਸਕਦਾ। ਹੁਣ ਯਾਦ ਵਿੱਚ ਆਪਣਾ ਦੀਵਾ ਜਗਾਉਣਾ ਏ। ਤੁਹਾਡਾ ਦੀਵਾ ਜਗਦਾ ਰਹਿਣਾ ਚਾਹੀਦਾ ਏ, ਤਾਂ ਹੀ ਤੁਸੀਂ ਦੂਜਿਆਂ ਦਾ ਵੀ ਜਗਾ ਸਕਦੇ ਹੋ। ਸਤਯੁਗ ਤ੍ਰੇਤਾ ਵਿੱਚ ਤੁਹਾਡਾ ਦੀਪਕ ਫਿਰ ਸਦਾ ਜਗਦਾ ਰਹੇਗਾ। ਉਸ ਦੀ ਯਾਦਗਾਰ ਵਿੱਚ ਹੀ ਹੁਣ ਦੀਪਮਾਲਾ ਮਨਾਈ ਜਾਂਦੀ ਏ। ਰੁਦਰਮਾਲਾ ਅਤੇ ਦੀਪਮਾਲਾ ਗੱਲ ਇੱਕ ਹੀ ਏ। ਯਾਦ ਤਾਂ ਤੁਸੀਂ ਸ਼ਿਵ ਬਾਬਾ ਜੀ ਨੂੰ ਹੀ ਕਰਨਾ ਏ। ਤੁਸੀਂ ਅਸਲ ਵਿੱਚ ਰੁਦਰਮਾਲਾ ਦੇ ਮੋਤੀ ਹੋਣਾ, ਅਰਥਾਤ ਨਿਰਵਾਣ ਧਾਮ ਦੇ ਵਿੱਚ ਰਹਿਣ ਵਾਲੇ ਹੋ। ਉਸੀ ਨੂੰ ਸ਼ਿਵ ਬਾਬਾ ਦਾ ਧਾਮ ਰੁਦਰ ਧਾਮ ਵੀ ਆਖ ਸਕਦੇ ਹੋ। ਬੱਚੇ ਜਾਣਦੇ ਸਨ, ਬਾਪ ਦੇ ਕੋਲ ਅਸੀਂ ਜਾਣਾ ਏ। ਯਾਦ ਦਾ ਦੀਪਕ ਸਦਾ ਜਗਦਾ ਰਹੇਗਾ। ਇਹ ਸਣ ਸ਼੍ਰੀ ਅਰਥਾਤ ਸ੍ਰੇਸ਼ਟ ਮਤ ਦੇਣ ਵਾਲਾ। ਗਾਇਆ ਹੋਇਆ ਵੀ ਏ, ਸ਼੍ਰੀਮਤ ਮਿਲਦੀ ਏ ਤਾਂ ਸ੍ਰੇਸ਼ਟ ਸਤ ਧਰਮ ਦੀ ਸਥਾਪਨਾ ਹੋਈ ਸੀ। ਹੁਣ ਤੁਹਾਡਾ ਕਿੱਡਾ ਵੱਡਾ ਝੁੰਡ ਬਣ ਪਿਆ ਏ। ਨੰਬਰਵਾਰ ਕਿੰਨੇ ਜਾਗਦੇ ਰਹਿੰਦੇ ਸਨ ਤਾਂ ਦੂਜਿਆਂ ਨੂੰ ਵੀ ਜਗਾਉਂਦੇ ਰਹਿਣਾ ਏ। ਦੀਵੇ ਨੂੰ ਜਗਾਉਣ ਦੇ ਲਈ ਸਵੇਰੇ ਸਵੇਰੇ ਉੱਠਣਾ ਪੈਂਦਾ ਏ, ਘੀ ਪਾਉਣਾ ਪੈਂਦਾ ਏ। ਇਸ ਵਿੱਚ ਕੋਈ ਤਕਲੀਫ ਦੀ ਗੱਲ ਤਾਂ ਨਹੀਂ ਹੈਗੀ। ਬਾਪ ਨੂੰ ਯਾਦ ਕਰਨਾ ਹੀ ਘਿਓ ਪਾਉਣਾ ਏ। ਆਤਮਾ ਪਾਵਨ ਹੁੰਦੀ ਰਹੇਗੀ। ਆਤਮਾ ਪਹਿਲੇ ਪਤਿਤ ਹੁੰਦੀ ਏ, ਫਿਰ ਆਤਮਾ ਦੀ ਜੋਤੀ ਬੁਝ ਜਾਂਦੀ ਏ। ਹੁਣ ਬਾਪ ਨੂੰ ਯਾਦ ਕਰਨ ਨਾਲ ਹੀ ਤੁਹਾਡੀ ਜੋਤੀ ਜਗ ਪਵੇਗੀ। ਨਾਲ ਹੀ ਤੁਹਾਡੇ ਵਿਕਰਮ ਵੀ ਵਿਨਾਸ਼ ਹੋ ਜਾਣਗੇ, ਅਰਥਾਤ ਤੁਸੀਂ ਪਾਵਨ ਬਣਦੇ ਰਹੋਗੇ। ਹੁਣ ਤੁਹਾਡੀ ਆਤਮਾ ਦਾ ਅਗਿਆਨ ਦਾ ਪਰਛਾਵਾਂ ਪਿਆ ਹੋਇਆ ਸੀ, ਹੁਣ ਛੁੱਟ ਗਿਆ ਏ। ਬਾਪ ਹੀ ਸਭ ਤੋਂ ਵੱਡਾ ਸਰਜਣ ਏ। ਕੋਈ ਸਥੂਲ ਦਵਾਈ ਆਦਿ ਪਾਉਂਦੇ ਨੇ ਤਾਂ ਉਸ ਤੋਂ ਬਿਮਾਰੀ ਹਟ ਜਾਂਦੀ ਏ। ਇੱਥੇ ਵੀ ਬਾਪ ਤੁਹਾਨੂੰ ਗਿਆਨ ਅਤੇ ਯੋਗ ਦੀ ਦਵਾਈ ਦਿੰਦੇ ਨੇ, ਜਿਸ ਤੋਂ ਤੁਹਾਡੀ ਆਤਮਾ ਤੰਦਰੁਸਤ ਬਣ ਜਾਂਦੀ ਏ। ਯਾਦ ਨਾਲ ਹੀ ਤੰਦਰੁਸਤੀ ਆਉਂਦੀ ਏ। ਭਵਿੱਖ ਜਨਮ ਜਨਮਾਂਤਰ ਦੇ ਲਈ ਉਹ ਯੋਗ ਤਾਂ ਬਹੁਤ ਕਿਸਮ ਦੇ ਸਿਖਾਉਂਦੇ ਸਨ। ਉਸ ਤੋਂ ਬਹੁਤ ਪਹਿਲਵਾਨ ਵੀ ਬਣਦੇ ਸਨ, ਮਿਹਨਤ ਕਰਦੇ ਸਨ। ਹੁਣ ਤੁਸੀਂ ਮਹਾਵੀਰ ਬਣਦੇ ਹੋ। ਪਵਿੱਤਰਤਾ ਨੂੰ ਹੀ ਮਹਾਵੀਰਤਾ ਆਖਿਆ ਜਾਂਦਾ ਏ। ਇਸ ਤੋਂ ਤੁਹਾਡੀ ਆਯੂ ਵੀ ਵੱਧਦੀ ਜਾਵੇਗੀ ਔਰ ਬਾਪ ਦੀ ਯਾਦ ਨਾਲ ਤੁਹਾਨੂੰ ਤਾਕਤ ਵੀ ਮਿਲੇਗੀ। ਬਾਪ ਸਮਝਾਉਂਦੇ ਸਨ, ਤੁਹਾਨੂੰ ਪਵਿੱਤਰ ਦੁਨੀਆ ਦਾ ਮਾਲਕ ਬਣਨਾ ਹੈ ਤਾਂ ਇਹ ਅੰਤਿਮ ਜਨਮ ਪਵਿੱਤਰ ਜ਼ਰੂਰ ਬਣਨਾ ਪਵੇਗਾ। ਸੰਨਿਆਸੀ ਵੀ 5 ਵਿਕਾਰਾਂ ਦਾ ਸੰਨਿਆਸ ਕਰਦੇ ਸਨ, ਪਰੰਤੂ ਉਹ ਤਾਂ ਬੜੀ ਦੂਰ ਜੰਗਲਾਂ ਵਿੱਚ ਚਲੇ ਜਾਂਦੇ ਸਨ। ਇੱਥੇ ਤੁਹਾਨੂੰ ਗ੍ਰਸਤ ਵਿਵਹਾਰ ਵਿੱਚ ਰਹਿੰਦਿਆਂ 5 ਵਿਕਾਰਾਂ ਦਾ ਸੰਨਿਆਸ ਕਰਨਾ ਏ।
ਤੁਸੀਂ ਜਾਣਦੇ ਹੋ ਇਸ ਸੰਨਿਆਸ ਤੋਂ ਪ੍ਰਾਪਤੀ ਬਹੁਤ ਭਾਰੀ ਹੁੰਦੀ ਏ। ਉਹਨਾਂ ਨੂੰ ਤਾਂ ਕੁਝ ਵੀ ਪਤਾ ਨਹੀਂ ਕਿ ਅਸੀਂ ਮੁਕਤੀ ਸਾਨੂੰ ਕਿੱਥੋਂ ਮਿਲੇਗੀ। ਪੁਨਰ ਜਨਮ ਵਿੱਚ ਤਾਂ ਸਾਰਿਆਂ ਨੂੰ ਆਣਾ ਹੀ ਪਵੇ। ਤੁਹਾਨੂੰ ਇਸ ਮ੍ਰਿਤਿੂ ਲੋਕ ਵਿੱਚ ਨਹੀਂ ਆਣਾ। ਤੁਹਾਨੂੰ ਤਾਂ ਜਾਣਾ ਏ ਅਮਰਪੁਰੀ ਵਿੱਚ। ਫਰਕ ਤੇ ਪੈਂਦਾ ਏ ਨਾ। ਪਰ ਸੰਨਿਆਸੀ ਲੋਕ ਕਿੰਨਾ ਵੀ ਹਠ ਯੋਗ ਆਦਿ ਕਰਨ, ਫਿਰ ਵੀ ਉਹਨਾਂ ਨੂੰ ਮ੍ਰਿਤਿੂ ਲੋਕ ਵਿੱਚ ਤਾਂ ਰਹਿਣਾ ਹੀ ਪਵੇਗਾ। ਤੁਸੀਂ ਬੱਚਿਆਂ ਨੂੰ ਇਸ ਮ੍ਰਿਤਿੂ ਲੋਕ ਵਿੱਚ ਜਾਣਾ ਏ, ਅਮਰ ਲੋਕ ਵਿੱਚ ਜਾਣਾ ਏ। ਇਸ ਲਈ ਤੁਸੀਂ ਮਿਹਨਤ ਕਰਨੀ ਏ। ਜਿਤਨੀ ਮਿਹਨਤ ਤੁਸੀਂ ਕਰੋਗੇ ਉਨਾ ਤੁਹਾਡਾ ਡਰ ਵੀ ਨਿਕਲਦਾ ਜਾਵੇਗਾ। ਨਾਲ ਨਾਲ ਤੁਸੀਂ ਗ੍ਰਸਤ ਵਿਵਹਾਰ ਵਿੱਚ ਰਹਿੰਦਿਆਂ ਇਹੋ ਜਿਹਾ ਪੁਰਸ਼ਾਰਥ ਕਰ ਸਕੋਗੇ ਜਿਸ ਤੋਂ ਤੁਸੀਂ ਸਵਰਗ ਦੇ ਮਾਲਿਕ ਬਣ ਸਕੋ। ਬਾਬਾ ਆਖਦੇ ਸਨ, ਹੁਣ ਤੁਹਾਡੀ ਬੁੱਧੀ ਦਾ ਤਾਲਾ ਖੁੱਲਿਆ ਏ। ਤੁਹਾਡਾ ਫਰਜ਼ ਏ ਸਾਰਿਆਂ ਦੀ ਬੁੱਧੀ ਦਾ ਤਾਲਾ ਖੋਲ੍ਹਣਾ। ਡਰਾਮਾ ਅਨੁਸਾਰ ਜਿਹੜੇ ਬੱਚੇ ਸ਼ੂਦਰ ਤੋਂ ਬ੍ਰਾਹਮਣ ਬਣੇ ਸਨ, ਉਹਨਾਂ ਨੂੰ ਫਿਰ ਅੱਗੇ ਹੋਰਾਂ ਨੂੰ ਵੀ ਬ੍ਰਾਹਮਣ ਬਣਾਉਣਾ ਏ। ਜਿਨ੍ਹਾਂ ਦਾ ਕਲਪ ਪਹਿਲੇ ਤਾਲਾ ਖੁੱਲਿਆ ਸੀ, ਹੁਣ ਫਿਰ ਖੁੱਲ੍ਹਣਾ ਏ। ਖੋਲ੍ਹਣੇ ਦੇ ਨਿਮਤ ਤਾਂ ਫਿਰ ਬੱਚੇ ਹੀ ਬਣਨਗੇ ਨਾ। ਹਾਂ, ਸ਼ੁਭ ਚਿੰਤਕ ਹੋ ਕੇ ਇੱਕ ਦੂਜੇ ਨੂੰ ਰਾਏ ਵੀ ਦਿੰਦੇ ਰਹਿਣਾ ਏ। ਤੁਹਾਨੂੰ ਤਰਸ ਪੈਣਾ ਚਾਹੀਦਾ ਏ ਕਿ ਕਿਵੇਂ ਦੂਜਿਆਂ ਦੀ ਬੁੱਧੀ ਦਾ ਤਾਲਾ ਖੋਲ੍ਹੀਏ। ਤਾਲਾ ਖੁੱਲ੍ਹੇਗਾ ਤਾਂ ਹੀ ਤਾਂ ਤੁਸੀਂ ਸਵਰਗ ਵਿੱਚ ਜਾਣ ਦੇ ਲਾਇਕ ਬਣੋਗੇ। ਇਹ ਵੀ ਸਵਰਗ ਦੇ ਮਾਲਿਕ ਬਣ ਜਾਣਗੇ। ਇਹ ਤੁਹਾਡਾ ਧੰਦਾ ਸਨ। ਉਹ ਆਖਦੇ ਸਨ, ਹੱਦ ਦਾ ਸੰਨਿਆਸ ਕਰਦੇ ਹਾਂ। ਤੁਹਾਡਾ ਤਾਂ ਫਿਰ ਬੇਹੱਦ ਦਾ ਸੰਨਿਆਸ ਹੁੰਦਾ ਸਨ। ਤੁਸੀਂ ਬੇਹੱਦ ਦਾ ਰਾਜ ਭਾਗ ਲੈਂਦੇ ਹੋ। ਉਹ ਹੱਦ ਦੇ ਮੁਕਤੀ ਮੰਗਦੇ ਸਨ। ਬੇਹੱਦ ਦੀ ਮੁਕਤੀ ਨਹੀਂ ਹੁੰਦੀ। ਮੁਕਤੀ ਤਾਂ ਥੋੜ੍ਹੇ ਸਮਾਂ ਦੀ ਹੀ ਮਿਲਦੀ ਏ। ਜਿਵੇਂ ਤੁਸੀਂ ਜੀਵਨ ਮੁਕਤੀ ਵਿੱਚ ਜਾਂਦੇ ਹੋ ਤਾਂ ਬਾਕੀ ਉਸ ਟਾਈਮ ਮੁਕਤੀ ਵਿੱਚ ਰਹਿੰਦੇ ਸਨ। ਬੱਚੇ ਜਾਣਦੇ ਸਨ, ਪਹਿਲੇ ਜਦੋਂ ਅਸੀਂ ਉੱਥੋਂ ਆਉਂਦੇ ਹਾਂ ਤਾਂ ਪੁਨਰ ਜਨਮ ਵੀ ਫਿਰ ਸਾਨੂੰ ਚੰਗਾ ਸਤੋ ਪ੍ਰਧਾਨ ਮਿਲਦਾ ਏ। ਫਿਰ ਅਸੀਂ ਰਜੋ ਤਮੋ ਵਿੱਚ ਆਉਂਦੇ ਹਾਂ। ਤੁਸੀਂ ਸਭ ਤੋਂ ਉੱਚੀ ਬਿਰਾਦਰੀ ਦੇ ਹੋ। ਪਹਿਲਾਂ ਤੁਸੀਂ ਆਦ ਸਨਾਤਨ ਦੇਵੀ ਦੇਵਤਾ ਬਿਰਾਦਰੀ ਦੇ ਬਣਦੇ ਹੋ। ਫਿਰ ਅਨੇਕ ਪ੍ਰਕਾਰ ਦੇ ਧਰਮ ਦੇ ਸਤੰਭ ਨਿਕਲਦੇ ਨੇ। ਉਹ ਸਭ ਤੋਂ ਉੱਚੇ ਆਉਣ ਵਾਲੇ ਸਨ। ਤੁਹਾਡੀ ਬੁੱਧੀ ਵਿੱਚ ਇਹ ਸਾਰੀਆਂ ਗੱਲਾਂ ਰਹਿਣੀਆਂ ਚਾਹੀਦੀਆਂ ਨੇ। ਅਸੀਂ ਬ੍ਰਾਹਮਣ ਬਣਦੇ ਹਾਂ, ਫਿਰ ਅਸੀਂ ਸ਼ੂਦਰ ਬਣਾਂਗੇ। ਅਸੀਂ ਸਿੱਖਿਆ ਪਾ ਕੇ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਹੋ ਰਹੇ ਹਾਂ। ਕੌਣ ਬਣਾਉਂਦਾ ਸਨ? ਜਿਹੜਾ ਐਵਰ ਸਤੋ ਪ੍ਰਧਾਨ ਸਨ, ਉਹੀਓ ਆ ਕੇ ਸਾਨੂੰ ਸਤੋ ਪ੍ਰਧਾਨ ਬਣਾਉਂਦੇ ਸਨ। ਹਰ ਇੱਕ ਨੂੰ ਮਿਹਨਤ ਤਾਂ ਕਰਨੀ ਹੀ ਪਵੇਗੀ। ਤੁਹਾਡੀ ਮਿਹਨਤ ਤੋਂ ਐਟੋਮੈਟਿਕ ਤੁਸੀਂ ਉੱਚੇ ਤੇ ਉੱਚਾ ਪਦ ਪਾ ਸਕਦੇ ਹੋ। ਹਰ ਇੱਕ ਨੂੰ ਆਪਣੀ ਰਾਜਧਾਨੀ ਦੀ ਸੰਭਾਲ ਕਰਨੀ ਪਵੇ। ਤੁਹਾਨੂੰ ਤਾਂ ਮਦਦ ਦੇਣ ਵਾਲਾ ਇੱਕ ਬੇਹੱਦ ਦਾ ਬਾਪ ਸਨ। ਉਹ ਸਹਿਜ ਯੁਕਤੀ ਸਾਨੂੰ ਆ ਕੇ ਦੱਸਦੇ ਸਨ। ਇਸ ਦਾ ਨਾਂ ਹੀ ਹੈਗਾ ਸਹਿਜ ਰਾਜਯੋਗ, ਜਿਸ ਤੋਂ ਦੈਵੀ ਸਵਰਾਜ ਮਿਲਦਾ ਏ। ਸਵ ਅਰਥਾਤ ਆਤਮਾ ਨੂੰ ਆਖਦੇ ਸਨ। ਰਾਜ ਮਿਲਦਾ ਏ ਦੁਨੀਆ ਦਾ। ਆਤਮਾ ਆਖਦੀ ਏ, ਅਸੀਂ ਤਾਂ ਬੇਗਰ ਸਰੀਰ ਤੋਂ ਹੁਣ ਪ੍ਰਿੰਸ ਦਾ ਸਰੀਰ ਲਵਾਂਗੇ। ਤੁਹਾਡੀ ਆਤਮਾ ਇੱਥੇ ਬੈਠੀ ਏ। ਜਿਸ ਦੇ ਕੋਲ ਤੁਸੀਂ ਜਾਣਾ ਏ, ਤੁਹਾਨੂੰ ਉਸ ਨੂੰ ਯਾਦ ਕਰਨਾ ਪਵੇ। ਗੁਰੂ ਲੋਕ ਵੀ ਮੰਤਰ ਦਿੰਦੇ ਰਹਿੰਦੇ ਸਨ। ਇੱਥੇ ਬਾਬਾ ਦਾ ਮੰਤਰ ਔਰ ਕੋਈ ਦੇਣ ਵਾਲਾ ਨਹੀਂ ਹੈ। ਬਾਪ ਹੀ ਆ ਕੇ ਇੱਕ ਮੰਤਰ ਦਿੰਦੇ ਸਨ। ਮੈਂ ਤੁਹਾਡਾ ਨਿਰਾਕਾਰ ਬਾਪ ਹਾਂ। ਤੁਹਾਨੂੰ ਟੀਚਰ ਬਣ ਕੇ ਪੜ੍ਹਾਉਣ ਦੇ ਲਈ ਆਇਆ ਹਾਂ। ਬਾਪ ਆ ਕੇ ਜੀਵ ਆਤਮਾਵਾਂ ਨਾਲ ਗੱਲ ਕਰਦੇ ਨੇ। ਜੀਵ ਬਗੈਰ ਤਾਂ ਆਤਮਾ ਸੁਣ ਨਾ ਸਕੇ। ਇਹ ਯਾਦ ਰੱਖਣਾ ਪੈਂਦਾ ਏ। ਅਸੀਂ ਆਤਮਾਵਾਂ ਨੂੰ ਪਰਮ ਪਿਤਾ ਪਰਮਾਤਮਾ ਸਮਝਾ ਰਹੇ ਸਨ, ਪਰੰਤੂ ਇਹ ਭੁੱਲਾਂ ਹੁੰਦੀਆਂ ਰਹਿੰਦੀਆਂ ਨੇ। ਹੁਣ ਤੁਸੀਂ ਪ੍ਰੈਕਟੀਕਲ ਵਿੱਚ ਇੱਥੇ ਬੈਠੇ ਹੋ। ਤੁਸੀਂ ਜਾਣਦੇ ਹੋ, ਜਨਮ ਜਨਮਾਂਤਰ ਅਸੀਂ ਫਾਲਤੂ ਕਥਾਵਾਂ ਸੁਣਦੇ ਆਏ ਹਾਂ। ਕਿੰਨੀ ਗੀਤਾ ਪੁਸਤਕ ਆਦਿ ਸੁਣਦੇ ਆਏ। ਹੁਣ ਅਸੀਂ ਸੰਗਮ ਯੁੱਗ ਤੇ ਹਾਂ। ਸੰਗਮ ਯੁੱਗ ਦਾ ਅਰਥ ਹੀ ਪੁਰਾਣੀ ਦੁਨੀਆ ਦਾ ਵਿਨਾਸ਼, ਨਵੀਂ ਦੁਨੀਆ ਦੀ ਸਥਾਪਨਾ। ਇਸ ਦੇ ਲਈ ਹੀ ਇਹ ਕਲਿਆਣਕਾਰੀ ਸੰਗਮ ਯੁੱਗ ਆਖਦੇ ਸਨ। ਸੰਗਮ ਯੁੱਗ ਨੂੰ ਭੁੱਲਣ ਤੋਂ ਆਪਣੀ ਰਾਜਧਾਨੀ ਨੂੰ ਵੀ ਭੁੱਲ ਜਾਂਦੇ ਸਨ। ਪਰ ਤੁਸੀਂ ਪ੍ਰਦਰਸ਼ਨੀ ਆਦਿ ਰੱਖਦੇ ਹੋ, ਫਿਰ ਵੀ ਕੋਈ ਦੀ ਬੁੱਧੀ ਵਿੱਚ ਨਹੀਂ ਬਹਿੰਦਾ।
ਇੰਨਾ ਆਖਦੇ ਸਨ, ਇੱਥੇ ਈਸ਼ਵਰ ਨੂੰ ਪਾਣ ਦੀ ਸਮਝਾਣੀ ਬੜੀ ਚੰਗੀ ਏ। ਐਵੇਂ ਨਹੀਂ ਸਮਝਦੇ ਕਿ ਈਸ਼ਵਰ ਪੜ੍ਹਾਉਂਦੇ ਸਨ। ਕੋਈ ਵਿਰਲਾ ਹੀ ਨਿਸ਼ਚੈ ਬੈਠਦਾ ਏ। ਜੋ ਆਖਦੇ ਸਨ ਬਰੋਬਰ ਜਿਹੜੀਆਂ ਤੁਸੀਂ ਗੱਲਾਂ ਸੁਣਾਉਂਦੇ ਹੋ ਸਭ ਠੀਕ ਸਨ। ਅਸੀਂ ਵੀ ਸਮਝਦੇ ਹਾਂ ਪੜ੍ਹਾਉਣ ਵਾਲਾ ਪਰਮ ਪਿਤਾ ਪਰਮਾਤਮਾ ਸਨ। ਜਿਵੇਂ ਭੀਸ਼ਮ ਪਿਤਾਮਾ ਆਦਿ ਨੂੰ ਅੰਤ ਵਿੱਚ ਮੰਨਿਆ, ਪਰਮਾਤਮਾ ਇਹਨਾਂ ਨੂੰ ਪੜ੍ਹਾਉਂਦੇ ਸਨ। ਅੰਤ ਵਿੱਚ ਹੀ ਇਹ ਗਿਆਨ ਸਭ ਦੇ ਅੰਦਰ ਜਾਗੇਗਾ। ਪਲ ਪ੍ਰਦਰਸ਼ਨੀ ਵਿੱਚ ਹਜ਼ਾਰ ਆਉਣਗੇ, ਪਰੰਤੂ ਇੱਥੇ ਤਾਂ ਕਿਸ ਨੂੰ ਵੀ ਸਮਝ ਨਹੀਂ ਆਉਂਦਾ। ਤੁਹਾਨੂੰ ਤਾਂ ਨਿਰਾਕਾਰ ਪਰਮ ਪਿਤਾ ਪਰਮਾਤਮਾ ਖੁਦ ਆ ਕੇ ਪੜ੍ਹਾਉਂਦੇ ਨੇ। ਤੁਸੀਂ ਨਿਸ਼ਚੈ ਕਰਦੇ ਹੋ ਤਾਂ ਤੁਹਾਨੂੰ ਸਭ ਨੂੰ ਇਹ ਗੱਲਾਂ ਦੱਸਣੀਆਂ ਚਾਹੀਦੀਆਂ ਨੇ, ਪਰੰਤੂ ਇਸ ਗਿਆਨ ਵਿੱਚ ਵਿਘਨ ਵੀ ਬਹੁਤ ਪੈਂਦੇ ਨੇ। ਮਿੱਤਰ ਸੰਬੰਧੀ ਆਦਿ ਬੜ ਵਿਘਨ ਪਾਉਂਦੇ ਸਨ। ਹੁਣ ਤੁਹਾਡੀ ਖਿੱਚ ਤਾਂ ਪਰਮਾਤਮਾ ਨਾਲ ਹੁੰਦੀ ਏ, ਉਹ ਤੁਹਾਨੂੰ ਫਿਰ ਆਪਣੀ ਔਰ ਖਿੱਚਦੇ ਨੇ। ਵੱਡੀ ਜੰਜੀਰਾਂ ਨੇ। ਬਾਪ ਸਮਝਾਉਂਦੇ ਸਨ, ਇਹ ਕਿਵੇਂ ਹੋ ਸਕਦਾ ਏ? ਸ਼ਿਵ ਬਾਬਾ ਤਾਂ ਗਿਆਨ ਦਾ ਸਾਗਰ ਏ, ਸੁੱਖ ਦਾ ਸਾਗਰ ਏ। ਹੁਣ ਆ ਕੇ ਸਵਰਗ ਦੀ ਸਥਾਪਨਾ ਕਰ ਰਹੇ ਸਨ। ਸਿਰਫ ਆਖਦੇ ਸਨ ਮੇਰੇ ਨੂੰ ਯਾਦ ਕਰੋ। ਕ੍ਰਿਸ਼ਨ ਤਾਂ ਇਹ ਗੱਲਾਂ ਨਹੀਂ ਆਖ ਸਕਦੇ ਕਿ ਮੈਨੂੰ ਯਾਦ ਕਰੋ ਤਾਂ ਮੈਂ ਤੁਹਾਨੂੰ ਸਵਰਗ ਵਿੱਚ ਲੈ ਚੱਲਾਂਗਾ। ਬਾਪ ਦੇ ਸਿਵਾਏ ਇਹੋ ਜਿਹੀਆਂ ਗੱਲਾਂ ਔਰ ਕੋਈ ਨਹੀਂ ਕਰ ਸਕਦਾ। ਬਾਪ ਤੁਹਾਨੂੰ ਔਰ ਕੋਈ ਤਕਲੀਫ ਨਹੀਂ ਦਿੰਦੇ। ਆਖਦੇ ਸਨ ਅੰਮ੍ਰਿਤ ਵੇਲੇ ਉੱਠ ਕੇ ਮੈਨੂੰ ਯਾਦ ਕਰੋ। ਆਖਦੇ ਵੀ ਸਨ ਰਾਮ ਸਿਮਰ ਪ੍ਰਭਾਤ ਮੋਰੇ ਮਨ। ਆਤਮਾ ਆਖਦੀ ਏ ਪ੍ਰਭਾਤ ਵਿੱਚ ਆਪਣੇ ਬਾਪ ਨੂੰ ਯਾਦ ਕਰਾਂਗੇ। ਬਾਬਾ ਵੀ ਇਹੀਓ ਆਖਦੇ ਸਨ। ਨੀਂਦ ਵੀ ਟਾਈਮ ਨਾਲ ਕਰਨੀ ਚਾਹੀਦੀ ਏ। ਪੂਰਾ ਆਪਣਾ ਚਾਰਟ ਰੱਖੋ, ਸਵੇਰੇ ਸਵੇਰੇ ਉੱਠੋ। ਇਸ ਵਿੱਚ ਸਿੰਧੀ 'ਚ ਕਹਾਵਤ ਵੀ ਆਖਦੇ ਸਨ, ਸਵੇਰੇ ਸੋਣਾ ਸਵੇਰੇ ਉੱਠਣਾ, ਅਤੇ ਜਲਦੀ ਸੋਣਾ ਅਤੇ ਜਲਦੀ ਉੱਠਣਾ। ਹੁਣ ਤੁਸੀਂ ਅਕਲਮੰਦ ਬਣ ਗਏ ਹੋ। ਸਾਰਾ ਚੱਕਰ ਤੁਹਾਡੀ ਬੁੱਧੀ ਵਿੱਚ ਵੀ ਬਹਿ ਗਿਆ ਏ। ਤੁਹਾਨੂੰ ਕੋਈ ਵੀ ਦੁੱਖ ਨਹੀਂ ਮਿਲ ਸਕਦਾ। ਕਿੰਨਾ ਤੁਸੀਂ ਸ਼ਾਹਾਂ ਦੇ ਸ਼ਾਹ ਬਣ ਜਾਂਦੇ ਹੋ। ਪੈਸੇ ਕਦੇ ਵੀ ਕੋਈ ਕਿਸੇ ਨੂੰ ਤਕਲੀਫ ਨਹੀਂ ਦਿੰਦੇ। ਇਹ ਸਾਰੇ ਗੁਣ ਹੁਣ ਤੁਹਾਨੂੰ ਸ਼ਿਵ ਬਾਬਾ ਕੋਲੋਂ ਹੀ ਮਿਲਦੇ ਨੇ। ਬਰੋਬਰ ਤੁਸੀਂ ਹੈਲਦੀ ਵੈਲਦੀ ਬਣ ਜਾਂਦੇ ਹੋ। ਇੱਥੇ ਤੁਸੀਂ ਜਾਣਦੇ ਹੋ ਹੋਲੀ ਦੀਵਾਲੀ ਆਦਿ ਇਹ ਸਾਰੀਆਂ ਇੱਥੇ ਦੀਆਂ ਹੀ ਗੱਲਾਂ ਨੇ, ਇੱਥੇ ਦੇ ਹੀ ਯਾਦਗਾਰ ਸਨ। ਬੱਚਿਆਂ ਨੇ ਗੀਤ ਵੀ ਸੁਣਿਆ, ਜਾਗੋ ਅਤੇ ਜਗਾਓ। ਅਗਿਆਨ ਨੀਂਦ ਤੋਂ ਖੁਦ ਜਾਗੇ ਹੋ ਤਾਂ ਦੂਜਿਆਂ ਨੂੰ ਵੀ ਜਗਾਓ। ਕਰਸਤ ਵਿਵਹਾਰ ਵਿੱਚ ਰਹਿੰਦਿਆਂ ਕਿਸ ਨੂੰ ਵੀ ਤੁਸੀਂ ਬਾਪ ਦਾ ਪਰਿਚੈ ਦੇ ਸਕਦੇ ਹੋ। ਬਾਬਾ ਨੂੰ ਸਭ ਦਾ ਖਿਆਲ ਰਹਿੰਦਾ ਏ ਕਿ ਸਾਰੇ ਬੱਚੇ ਜਾਗ ਜਾਣ। ਬਾਬਾ ਨੂੰ ਖੁਸ਼ੀ ਹੁੰਦੀ ਏ ਜਿਹੜੇ ਸਰਵਿਸ ਦਾ ਸਬੂਤ ਦਿੰਦੇ ਸਨ, ਚਿੱਠੀ ਲਿਖਦੇ ਸਨ, ਤਾਂ ਬਾਪ ਵੀ ਜਾਣ ਜਾਂਦੇ ਸਨ ਕਿ ਬੱਚਾ ਜਾਗਿਆ ਹੋਇਆ ਏ। ਬਾਕੀ ਸਿਰਫ ਕਲਾਸ ਵਿੱਚੋਂ ਹੀ ਹੋ ਕਰ ਜਾਣਾ ਇਹ ਤਾਂ ਪੁਰਾਣੀ ਚਾਲ ਹੋ ਗਈ। ਜਿਵੇਂ ਹੋਰ ਸਤਸੰਗਾਂ ਵਿੱਚ ਜਾਂਦੇ ਸੀ, ਹੁਣ ਇਸ ਵਿੱਚ ਆ ਜਾਂਦੇ ਨੇ। ਇਹ ਵੀ ਨਿਯਮ ਬਣਾਇਆ ਹੋਇਆ ਏ। ਤੁਹਾਨੂੰ ਇੱਕ ਇੱਕ ਨੂੰ ਚੰਗੀ ਤਰ੍ਹਾਂ ਸਮਝਾਉਣਾ ਏ। ਇਹ ਵੱਡੀ ਉੱਚੀ ਪੜ੍ਹਾਈ ਏ। ਗਿਆਨ ਸਾਗਰ ਤੋਂ ਕਿੰਨੀ ਉੱਚੀ ਨੌਲੇਜ ਤੁਹਾਨੂੰ ਮਿਲਦੀ ਏ। ਮਿਹਨਤ ਚਾਹੀਦੀ ਏ ਸਮਝਣ ਅਤੇ ਸਮਝਾਉਣ ਦੀ। ਅੱਛਾ, ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰੇ ਯਾਦ ਦਾ ਅਭਿਆਸ ਵਧਾਉਂਦੇ ਜਾਣਾ ਏ। ਇਸ ਯਾਤਰਾ ਤੇ ਕਦੇ ਵੀ ਥੱਕਣਾ ਅਤੇ ਬਹਾਨਾ ਨਹੀਂ ਦੇਣਾ। ਯਾਦ ਦਾ ਪੂਰਾ ਪੂਰਾ ਚਾਰਟ ਰੱਖਣਾ ਪਵੇ। ਭੋਜਨ ਵੀ ਸ਼ਿਵ ਬਾਬਾ ਦੀ ਯਾਦ ਵਿੱਚ ਬਣਾਉਣਾ ਏ ਅਤੇ ਖਾਣਾ ਏ। ਬੁੱਧੀ ਵਿੱਚ ਬੇਅਦ ਦਾ ਸੰਨਿਆਸ ਕਰਨਾ। ਇਸ ਛੀਛੀ ਦੁਨੀਆ ਤੋਂ ਬੁੱਧੀ ਦਾ ਤਿਆਗ ਕਰ ਦੇਣਾ। ਬਾਪ ਦੁਆਰਾ ਮਿਲਿਆ ਹੋਇਆ ਮੰਤਰ ਉਹੀਓ ਸਭ ਨੂੰ ਦੇਣਾ। ਖੁਦ ਜਾਗ ਕੇ ਦੂਜਿਆਂ ਨੂੰ ਵੀ ਜਗਾਉਂਦੇ ਰਹਿਣਾ ਏ। ਅੱਜ ਦਾ ਵਰਦਾਨ ਹੈਗਾ, ਹਰ ਸੈਕਿੰਡ ਹਰ ਕਦਮ ਸ਼੍ਰੀਮਤ ਤੇ ਐਕਿਊਰੇਟ ਚੱਲਣ ਵਾਲੇ ਇਮਾਨਦਾਰ ਵਫਾਦਾਰ ਭਵ। ਹਰ ਕਰਮ ਵਿੱਚ ਸ਼੍ਰੀਮਤ ਦੇ ਇਸ਼ਾਰੇ ਪ੍ਰਮਾਣ ਚੱਲਣ ਵਾਲੀ ਆਤਮਾਵਾਂ ਨੂੰ ਹੀ
ਓਨੈਸਟ ਅਰਥਾਤ ਇਮਾਨਦਾਰ ਅਰਥਾਤ ਵਫਾਦਾਰ ਆਖਿਆ ਜਾਂਦਾ ਏ। ਬ੍ਰਾਹਮਣ ਜੀਵਨ ਮਿਲਦਿਆਂ ਹੀ ਦਿਵਯ ਬੁੱਧੀ ਵਿੱਚ ਬਾਪ ਦਾਦਾ ਨੇ ਜਿਹੜੀ ਤੁਹਾਨੂੰ ਸ਼੍ਰੀਮਤ ਦਿੱਤੀ ਏ ਉਸ ਸ਼੍ਰੀਮਤ 'ਤੇ ਚੱਲਦੇ ਰਹੋ। ਓਨੈਸਟ ਆਤਮਾ ਹਰ ਸੈਕਿੰਡ ਹਰ ਕਦਮ ਉਸੀ ਪ੍ਰਮਾਣ ਐਕਿਊਰੇਟ ਚਲਦੀ ਰਹਿੰਦੀ ਸਨ। ਜਿਵੇਂ ਸਾਇੰਸ ਦੀ ਸ਼ਕਤੀ ਨਾਲ ਕਈ ਚੀਜ਼ਾਂ ਇਸ਼ਾਰੇ ਤੋਂ ਐਟੋਮੈਟਿਕ ਹੀ ਚਲਦੀਆਂ ਸਨ, ਚਲਾਣਾ ਵੀ ਨਹੀਂ ਪੈਂਦਾ। ਲਾਈਟ ਦੁਆਰਾ ਚਾਹੇ ਵਾਈਬ੍ਰੇਸ਼ਨ ਦੁਆਰਾ ਸਵਿਚ ਔਨ ਕੀਤਾ ਤੇ ਆਪੇ ਹੀ ਚੱਲਣ ਲੱਗ ਪੈਂਦੀਆਂ ਸਨ। ਐਵੇਂ ਹੀ ਓਨੈਸਟ ਆਤਮਾ ਸਾਇਲੈਂਸ ਦੀ ਸ਼ਕਤੀ ਨਾਲ ਸਦਾ ਅਤੇ ਸਵਤਾ ਚਲਦੀਆਂ ਹੀ ਰਹਿੰਦੀਆਂ ਸਨ। ਸਲੋਗਨ ਹੈਗਾ, ਜਿੱਥੇ ਚਿੰਤਾ ਸਣ ਉੱਥੇ ਚੈਨ ਨਹੀਂ ਹੋ ਸਕਦਾ, ਜਿੱਥੇ ਚਿੰਤਾ ਹੁੰਦੀਆਂ ਸਨ ਉੱਥੇ ਚੈਨ ਕਦੇ ਵੀ ਨਹੀਂ ਹੋ ਸਕਦਾ। ਓਮ ਸ਼ਾਂਤੀ।